प्यारे बागबान वीरो, बागबानी विभाग पंजाब ਵੱਲੋਂ बागबानी ਨੂੰ ਪ੍ਰਚਲਿਤ ਕਰਨ ਲਈ ਸਮੇਂ-ਸਮੇਂ ਸਿਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੋਸ਼ਟੀਆਂ ਤੇ ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਉਸ ਲੜੀ ਨੂੰ ਮੁੱਖ ਰੱਖਦੇ ਹੋਏ ਸੁਜਾਨਪੁਰ ਵਿਖੇ ਲੀਚੀ ਸਟੇਟ ਵਿੱਚ ਜ਼ਿਲ੍ਹਾ ਪਠਾਨਕੋਟ ਵਿਖੇ ਇੱਕ ਲੀਚੀ ਦੀ ਫਲਾਂ ਦੀ ਗੋਸ਼ਟੀ ਤੇ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ। ਇਸ ਸੈਮੀਨਾਰ ਅਤੇ ਗੋਸ਼ਟੀ ਵਿੱਚ ਵੱਖ-ਵੱਖ ਬਾਗਬਾਨਾਂ ਵੱਲੋਂ ਆਪਣੀਆਂ ਜਿਹੜੀਆਂ ਕ੍ਰੌਪ ਹੈ ਜਿਹੜੀ ਉਹਨਾਂ ਫਸਲ ਬਾਗਬਾਨੀ ਦੀ ਲਗਾ ਰੱਖੀ ਹੈ। ਖਾਸ ਕਰਕੇ ਲੀਚੀ ਦੀ ਗੱਲ ਕਰੀਏ ਤਾਂ ਲੀਚੀ ਦੀ ਫਲਾਂ ਦੀ ਜਿਹੜੀ ਆ ਉਹ ਕੰਪੀਟੀਸ਼ਨ 'ਚ ਭਾਗ ਲੈਣੇ ਉਹ ਲੀਚੀ ਦੇ ਫਲ ਲੈ ਕੇ ਆਏ ਹੋਏ ਨੇ। ਉਹਨਾਂ ਨੇ ਅਲੱਗ-ਅਲੱਗ ਜਿਹੜੇ ਲੀਚੀ ਦੇ ਪਦਾਰਥ ਬਣਾ ਕੇ ਰੱਖੇ ਜਾਣਗੇ ਅਤੇ ਇਸ ਤਰ੍ਹਾਂ ਹੀ ਲੀਚੀ ਦੇ ਫਲ ਜਿਹੜੇ ਆ ਉਹ ਉਹਦੇ ਕੰਪੀਟੀਸ਼ਨ ਲਿਆਂਦੇ ਜਾਣਗੇ। ਇਹਦੇ ਵਿੱਚ ਵੱਖ-ਵੱਖ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਭਾਗ ਲਏ ਆ, ਖਾਸ ਕਰਕੇ ਉਹ ਜ਼ਿਲ੍ਹੇ ਜਿਨ੍ਹਾਂ ਵਿੱਚ ਲੀਚੀ ਦੇ ਫਲ ਲਗਾਏ ਜਾਂਦੇ ਹਨ। मैं दिलबाग सिंह चीमा पिंड बरियार ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ। ਅੱਜ ਅਸੀਂ ਇੱਥੇ ਲੀਚੀ ਸਟੇਟ ਦੇ ਵਿੱਚ ਆਏ ਹਾਂ। ਇੱਥੇ ਲੀਚੀ ਸਟੇਟ ਦਾ ਸਟੇਟ ਲੈਵਲ ਦਾ ਫੰਕਸ਼ਨ ਹੋ ਰਿਹਾ। ਇਹਦੇ ਵਿੱਚ ਵੱਖ-ਵੱਖ ਜ਼ਿਮੀਂਦਾਰਾਂ ਦੀਆਂ ਪੈਦਾਵਾਰ ਕੀਤੀ ਹੋਈ ਲੀਚੀ ਦੀ ਐਗਜ਼ੀਬਿਸ਼ਨ ਲੱਗੀ ਹੈ ਅਤੇ ਇੱਥੇ ਆਪਣੇ ਡਾਇਰੈਕਟਰ ਸਾਹਿਬ ਆਏ ਨੇ ਅਤੇ ਯੂਨੀਵਰਸਿਟੀ ਆਪਣੇ ਹਾਰਟੀਕਲਚਰ ਦੇ ਮਾਹਰ ਆਏ ਨੇ ਜਿਹੜੇ ਸਾਨੂੰ ਲੀਚੀ ਦੇ ਬਾਰੇ ਦੱਸਣਗੇ ਅਤੇ ਅਸੀਂ ਆਪਣੀਆਂ ਪ੍ਰੋਬਲਮਾਂ ਇਹਨਾਂ ਨੂੰ ਦੱਸਾਂਗੇ, ਸੁਣ ਕੇ ਸਾਡਾ ਇਹ ਹੱਲ ਕਰਨਗੇ। ਇਸ ਸਾਲ ਲੀਚੀ ਤੇ 20% ਵੀ ਹੈ ਨਹੀਂ ਜੀ, ਗਰਮੀ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੈ ਅਤੇ ਸਾਡੀ ਸਰਕਾਰ ਨੂੰ ਇਹੋ ਬੇਨਤੀ ਕਿ ਜਿਸ ਤਰ੍ਹਾਂ ਬਾਕੀ ਫਸਲਾਂ ਦਾ ਵੀ ਤੁਸੀਂ ਮੁਆਵਜ਼ਾ ਦਿੰਦੇ ਹੋ ਅਤੇ ਬਾਗਾਂ ਵੱਲ ਵੀ ਧਿਆਨ ਦਿਓ ਅਤੇ ਬਾਗਾਂ ਦੇ ਤਦ ਹੀ ਸਰਵਾਈਵ ਕਰਨਗੇ ਜੇ ਤੁਸੀਂ ਧਿਆਨ ਦਿਓਗੇ। ਅਤੇ ਸਰਕਾਰ ਨੂੰ ਬੇਨਤੀ ਹੈ ਕਿ ਖਾਸ ਕਰਕੇ ਬਾਗਬਾਨੀ ਪ੍ਰਫੁੱਲਤ ਕਰਨ ਲਈ ਧਿਆਨ ਦਿੱਤਾ ਜਾਵੇ। ਮੈਂ ਪ੍ਰਭਾਤ ਸਿੰਘ ਵਿਲੇਜ ਪਿੰਡ ਚੱਕ ਮਾਧੋ ਸਿੰਘ ਪਠਾਨਕੋਟ ਦਾ ਹਾਂ ਅਤੇ ਮੈਂ ਅੱਜ ਇਹ ਜਿਹੜਾ ਉਪਰਾਲਾ ਸਰਕਾਰ ਕਰ ਰਹੀ ਹੈ ਇਸ ਉਪਰਾਲੇ ਨੂੰ ਦੇਖ ਕੇ ਅਸੀਂ ਚਾਹੁੰਦੇ ਹਾਂ ਵੀ ਹਰ ਸਾਲ ਹੀ ਹੋਵੇ ਤਾਂ ਕਿ ਕਿਸਾਨਾਂ ਨੂੰ ਜਾਗਰਤੀ ਮਿਲਦੀ ਰਹੇ ਇਹਨਾਂ ਸੈਮੀਨਾਰ ਦੇ ਥਰੂ ਅਤੇ ਸਾਨੂੰ ਉਹਦੇ ਨਾਲ ਥੋੜ੍ਹੀ ਜਿਹੀ ਗਾਈਡੈਂਸ ਮਿਲਦੀ ਰਹੇਗੀ। ਬੜੇ ਅੱਛਾ ਲੱਗਾ ਜਿਹੜੇ ਕਿਸਾਨਾਂ ਨੇ ਉਪਰਾਲੇ ਇਸ ਜਿਹੜਾ ਇਹਦੇ 'ਚ ਹੋ ਰਿਹਾ ਹੈ ਉਹ ਲੀਚੀ ਬਾਰੇ ਜੋ ਰੱਖੀ ਗਈ ਹੈ ਪ੍ਰਦਰਸ਼ਨੀ ਉਹ 'ਚ ਮੇਰੇ ਬਾਗ ਦੀ ਲੀਚੀ ਵੀ ਆਈ ਹੈ। तो देखो अज जो लीची का जो सीज़न है इस बार वो कोई इन्ना अच्छा ना रहने की वजह उसका कारण हो गया सी कि गर्मी इन्नी पै गई कि जिहड़ी लीची तो बर्दाश्त नहीं कर सकती फल, जिहदे नाल इस बारी लीची ग्रोवर जिहड़े ने वो बड़े अपने आप नूं मायूस फील कर रहे हैं। उन्होंने इस बारी जिन्ना क नुकसान होया है मेरे ख्याल शायद 4 साल हो गए, पहले 2 साल करोना च रह गए, 1 साल इस तरह चल गए, 1 साल वो चमकी बुखार दे किसानों नूं ये बड़ा भारी नुकसान उठाना पड़िया। असीं चाहते हैं भी सरकार अगे आके किसानां दी मदद करे, किसानां दी जिहड़ियां मुश्किलां ने वो सुने। मैं पूरी सिंह सन ऑफ श्री दीवान सिंह पिंड फूल प्यारा तो अज सुजानपुर च लीची स्टेट ते लीची की प्रदर्शनी लगी हुई है। उत्थे साडे सारे जिमींदारां ने अपने अपने बागां दे फल लाए हुए ने उत्थे ते डॉक्टर जिहड़े अपना माहिर ने उन्होंने अपना सारी लीची चैक की है। जिन्हां ने चंगी लीची क्वालिटी बनी हैगी है उन्होंने सारे नाम वंडिया गए ने ते मेरा भी नाम निकलिया हैगा। सानूं बहुत खुशी है तो मैं सारे जिमींदार भरावां नूं कहना भी अपना खेतीबाड़ी जिहड़ी छड्ड के बागबानी पासे आवो, जिन्ना वातावरण चंगा हुंदा है ते नाले अपना कमाई बहुती कमाई चंगी हैगी है कणक झोने नालों ते इहदे नाल मौसम साफ रहिंदा है। मेरा नाम डॉक्टर कुशल सिंह, मैं पिंड कथलौर दा रहण वाला ते मैं इत्थे 15 एकड़ बाग लाया होया। इत्थे असीं अज स्टेट लैवल ते लीची दी प्रदर्शनी है ते इहदे विच असीं पार्टिसिपेट करने वास्ते आए हां तो मैंने भी ना लीची दे फ्रूट का कंपीटिशन च इनाम दिता तो इन्हों की बहुत कंट्रीब्यूशन हैगी आ लीची स्टेट की इस एरिया च लीची फार्मिंग वास्ते। तो ये करके लीची का एरिया वध रहा, फ्रूट की क्वालिटी बहुत अच्छी आ रही है तो लीची स्टेट नाल लगता कि होर भी एरिया वधेगा। और सब तो वड्डी गल है कि फ्रूट की कल्टीवेशन का एग्रीकल्चर डाइवर्सिफिकेशन च बहुत वड्डा रोल हैगा। तो बहुत बहुत धन्यवाद इन्हों का लीची स्टेट और इन्होंने अफसर साहबान का तो जिन्हों की मेहनत करके जिन्हों की कंट्रीब्यूशन करके फार्मर्स का बहुत ही फायदा हो रहा।
ਮੇਰਾ ਨਾਮ ਕਾਰਤਿਕ ਵਡੇਰਾ ਹੈ। ਮੈਂ ਪਠਾਨਕੋਟ ਦਾ ਰਹਿਣ ਵਾਲਾ ਔਰ ਮੇਰੇ ਬਾਗ ਇੱਥੇ ਪਠਾਨਕੋਟ ਵਿੱਚ ਮਨਵਾਲ ਤੇ ਲਮੀਨੀ ਪਿੰਡ ਵਿੱਚ। ਅੱਜ ਮੈਂ ਸਭ ਤੋਂ ਪਹਿਲੇ ਧੰਨਵਾਦੀ ਹਾਂ ਪੰਜਾਬ ਸਰਕਾਰ ਨੇ ਜਿੰਨਾ ਐਡਾ ਵਧੀਆ ਪ੍ਰੋਗਰਾਮ ਕੀਤਾ ਜਿੱਥੇ ਸਾਡੇ ਲੀਚੀ ਫਾਰਮਰਸ ਨੂੰ ਆਉਣ ਦਾ ਮੌਕਾ ਮਿਲਿਆ। ਪਰ ਇੱਕ ਅੱਜ ਮੈਂ ਗੱਲ ਕਹਿਣਾ ਚਾਹੁੰਦਾ ਕਿ ਸਰਕਾਰ ਨੂੰ ਜਲਦੀ ਲੀਚੀ ਫਾਰਮਰਸ ਦੀ ਜਿਹੜੀ ਪ੍ਰੋਬਲਮਸ ਆ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਹਾਲਾਤ ਬਹੁਤ ਖਰਾਬ ਹੋਈ ਜਾ ਰਹੇ ਹੈ। ਇਹ ਲਗਾਤਾਰ ਚੌਥਾ ਸਾਲ ਹੈ ਕਿ ਜਦੋਂ ਫਾਰਮਰਸ ਨੂੰ ਬੜੀ ਮੁਸ਼ਕਲਾਂ ਫੇਸ ਕਰਨੀਆਂ ਪੈ ਰਹੀਆਂ। 4 ਸਾਲ ਪਹਿਲੇ ਚਮਕੀਲੀ ਬੁਖਾਰ ਦਾ ਰੌਲਾ ਪਿਆ, ਉਹਦੇ ਨਾਲ ਨੁਕਸਾਨ ਹੋ ਗਿਆ। ਪਿਛਲੇ 2 ਸਾਲ ਕੋਵਿਡ ਦੇ ਦਿਨਾਂ 'ਚ ਕੋਵਿਡ ਪੂਰਾ ਹਾਈਪ ਤੇ ਸੀ, ਉਹਦੇ ਕਾਰਨ ਸਾਡਾ ਨੁਕਸਾਨ ਹੋ ਗਿਆ। ਔਰ ਇਸ ਸਾਲ ਜਿਹੜਾ ਟੈਂਪਰੇਚਰ ਪਠਾਨਕੋਟ ਦਾ ਆਮ ਤੌਰ ਤੇ 40 ਡਿਗਰੀ ਹੁੰਦਾ ਸੀ, ਇਸ ਵਾਰ 45-46 ਚਲਾ ਗਿਆ, ਜਿਹਦੇ ਨਾਲ ਸਾਨੂੰ ਕਾਫੀ ਨੁਕਸਾਨ ਹੋਇਆ। ਔਰ ਸਰਕਾਰ ਨੂੰ ਚਾਹੀਦਾ ਸਾਡੇ ਮੂਲਭੂਤ ਸੁਵਿਧਾਵਾਂ ਇਹਦੀ ਜਿਹੜੀ ਹਾਰਵੈਸਟਿੰਗ ਤੋਂ ਲੈ ਕੇ ਇਹਦੀ ਪੈਕੇਜਿੰਗ ਤੋਂ ਲੈ ਕੇ ਜਿਹੜੀ ਸਾਡੀ ਨੀਅਰੈਸਟ ਫਲਾਈਟ ਅਰੇਂਜਮੈਂਟ ਦਿਨਾਂ 'ਚ ਕੀਤੇ ਜਾਣ, ਤਾਂ ਕਿ ਸਾਡੀ ਲੀਚੀ ਜਿਹੜੀ ਪਠਾਨਕੋਟ ਲੀਚੀ ਉਹਨਾਂ ਦਾ ਬੈਸਟ ਲੀਚੀ ਗਿਣੀ ਜਾਂਦੀ ਹੈ, ਉਹ ਬਾਹਰ ਦੂਜੇ ਸਟੇਟਾਂ ਜਾਏ, ਦੂਜੇ ਦੇਸ਼ਾਂ ਜਾਏ ਔਰ ਸਾਡੇ ਫਾਰਮਰਸ ਇਨਕਮ ਵਧੇ ਔਰ ਲੋਕੀ ਇਹ ਬਾਗ ਲਾਉਣ ਵਿੱਚ ਪ੍ਰੋਤਸਾਹਿਤ ਹੋਣ। ਮੈਂ ਅਵਿਨਾਸ਼ ਕੁਮਾਰ, ਪਿੰਡ ਬੁੱਢਾਵੜ, ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ। ਮੈਂ ਬਾਗਬਾਨੀ ਵਿਭਾਗ ਦੇ ਫੰਕਸ਼ਨ ਸੁਜਾਨਪੁਰ ਵਿੱਚ ਪਹੁੰਚਿਆ ਜੀ। ਮੈਨੂੰ ਪਹਿਲਾ ਇਨਾਮ ਕਲਕੱਤੀ ਲੀਚੀ ਵਿੱਚ ਮਿਲਿਆ ਹੈ। 10 ਏਕੜ ਮੇਰੀ ਲੀਚੀ ਹੈ ਜੀ, ਅਤੇ ਵਧੀਆ ਫਰੂਟ ਹੋਣ ਕਰਕੇ ਮੈਨੂੰ ਜਿਹੜਾ ਪਹਿਲਾ ਸਥਾਨ ਮਿਲਿਆ ਹੈ। ਮੌਸਮ ਦੀ ਇਸ ਕਰਕੇ ਮਾਰ ਕਰਕੇ ਸਾਡਾ ਦੇਹਰਾਦੂਨ ਦੇ ਫਰਕ ਪਿਆ ਹੈ, ਬਹੁਤ ਘੱਟ ਫਲ ਆਇਆ। ਕਲਾਈਮੇਟ ਜਿਹੜਾ ਆਇਆ ਉਹ ਸ਼ੂਟੇਬਲ ਨਹੀਂ ਹੋ ਰਿਹਾ, ਅਤੇ ਕਲਕੱਤੀ ਵਾਸਤੇ ਸ਼ੂਟੇਬਲ ਰਿਹਾ ਹੈ। ਅਤੇ ਮੇਰੀ ਕਲਕੱਤੀ ਇਸ ਲਈ ਟੌਪ ਦੀ ਆ ਜਾਏ ਕਿ ਮੈਂ 10 ਦਿਨ ਤੁੜਾਈ ਚੱਲਣੀ ਹੈ ਕਲਕੱਤੀ ਦੀ ਮੇਰੀ, ਯਾਨੀ ਕਿ 1000 ਪੱਲੀ ਹੋਏਗੀ ਅਜੇ ਡੱਬਾ ਕਲਕੱਤੀ ਦਾ। ਅੱਜ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਿੱਚ ਰਾਜ ਪੱਧਰੀ ਲੀਚੀ ਫੈਸਟੀਵਲ ਸੀਗਾ, ਉਹਦੇ ਵਿੱਚ ਮੈਨੂੰ ਪਹਿਲਾ ਇਨਾਮ ਪ੍ਰਾਪਤ ਹੋਇਆ। मेरा नाम रवदीप कौर है और मैं प्रोजेक्ट मॉनिटरिंग यूनिट एग्रीकल्चर इंफ्रास्ट्रक्चर फंड स्कीम पंजाब ਦਾ ਹਿੱਸਾ ਹਾਂ। ਅੱਜ ਇੱਥੇ ਜਿਹੜਾ ਲੀਚੀ ਡੇ ਮਨਾਇਆ ਜਾ ਰਿਹਾ ਪਠਾਨਕੋਟ ਸੁਜਾਨਪੁਰ ਲੀਚੀ estate ਵਿੱਚ ਡਿਪਾਰਟਮੈਂਟ ਆਫ ਹਾਰਟੀਕਲਚਰ ਦੁਆਰਾ, ਅਸੀਂ ਇੱਥੇ ਵਿਸ਼ੇਸ਼ ਤੌਰ ਤੇ ਕਿਸਾਨਾਂ ਨੂੰ ਤੇ ਇਲਾਕੇ ਦੇ ਉਦਮੀਆਂ ਨੂੰ ਐਗਰੀਕਲਚਰ ਇੰਫਰਾਸਟ੍ਰਕਚਰ ਫੰਡ ਸਕੀਮ ਬਾਰੇ ਜਾਣਕਾਰੀ ਦੇਣ ਆਏ ਹਾਂ। ਐਗਰੀਕਲਚਰ ਇੰਫਰਾਸਟ੍ਰਕਚਰ ਫੰਡ ਸਕੀਮ ਜਿਹੜੀ ਹੈ ਇਹ ਮਿਨਿਸਟਰੀ ਆਫ ਐਗਰੀਕਲਚਰ ਨੇ ਜੁਲਾਈ 2020 ਚ ਲਾਂਚ ਕੀਤੀ ਹੈ। ਇਸ ਸਕੀਮ ਦੇ ਅੰਤਰਗਤ ਐਗਰੀਕਲਚਰ ਇੰਫਰਾਸਟ੍ਰਕਚਰ ਰਿਲੇਟਡ ਪ੍ਰੋਜੈਕਟਾਂ ਤੇ ਲੱਗਣ ਲਈ ਲੈਣ ਵਾਲੇ ਲੋਨ ਤੇ ਲੱਗਣ ਵਾਲੇ ਇੰਟਰਸਟ ਦਾ 3% ਹਿੱਸਾ ਜਿਹੜਾ ਹੈ ਉਹ ਸਰਕਾਰ ਆਪਣੇ ਵੱਲੋਂ ਕੰਟਰੀਬਿਊਟ ਕਰੇਗੀ। ਇਸ ਸਕੀਮ ਦੇ ਅੰਤਰਗਤ ਪੋਸਟ ਹਾਰਵੈਸਟ ਮੈਨੇਜਮੈਂਟ ਐਕਟੀਵਿਟੀਜ਼ ਮਤਲਬ ਪ੍ਰਾਇਮਰੀ ਪ੍ਰੋਸੈਸਿੰਗ ਐਕਟੀਵਿਟੀਜ਼ ਜਿਹੜੀਆਂ ਨੇ ਉਹ ਇਸ ਸਕੀਮ ਦਾ ਹਿੱਸਾ ਹਨ। ਇਸ ਸਕੀਮ ਨਾਲ ਜਿਹੜੀਆਂ ਵੈਲਿਊ ਚੇਨ ਪ੍ਰੋਡਕਸ਼ਨ ਕਲਸਟਰ ਲੈਵਲ ਤੇ ਜਿਹੜੇ ਇੰਫਰਾਸਟ੍ਰਕਚਰ ਦੇ ਗੈਪਸ ਨੇ ਉਹਨਾਂ ਨੂੰ ਫੁੱਲਫਿਲ ਕਰਨ 'ਚ ਇਸ ਸਕੀਮ ਨਾਲ ਮਦਦ ਮਿਲੇਗੀ। ਅਸੀਂ ਲੀਚੀ ਵੈਲਿਊ ਚੇਨ ਦਾ ਅੱਜ ਜਿਹੜੀ ਅਸੀਂ ਜਾਣਕਾਰੀ ਹਾਸਲ ਕੀਤੀ ਉਹਦੇ 'ਚ ਪਤਾ ਲੱਗਿਆ ਕਿ ਕਾਫੀ ਸਾਰਾ ਪੋਸਟ ਹਾਰਵੈਸਟ ਇੰਫਰਾਸਟ੍ਰਕਚਰ ਦੀ ਜ਼ਰੂਰਤ ਹੁੰਦੀ ਹੈ। ਸੋ ਆਈ ਥਿੰਕ ਐਗਰੀਕਲਚਰ ਇੰਫਰਾਸਟ੍ਰਕਚਰ ਫੰਡ ਸਕੀਮ ਜਿਹੜਾ ਉਪਰਾਲਾ ਹੈ ਗਵਰਨਮੈਂਟ ਆਫ ਇੰਡੀਆ ਦਾ, ਉਹਦੇ ਅੰਤਰਗਤ ਲੀਚੀ ਵੈਲਿਊ ਚੇਨ ਲਈ ਵੀ ਜਿਹੜਾ ਚਾਹੀਦਾ ਇੰਫਰਾਸਟ੍ਰਕਚਰ ਹੈ, ਜਿਵੇਂ ਕਿ ਪੈਕ ਹਾਊਸਿਸ ਨੇ, ਪ੍ਰਾਇਮਰੀ ਸੌਰਟਿੰਗ ਗ੍ਰੇਡਿੰਗ ਯੂਨਿਟਸ ਹੈ, ਪੈਕਿੰਗ ਯੂਨਿਟਸ ਨੇ, ਕੋਲਡ ਚੇਨ ਫੈਸਿਲਿਟੀਜ਼ ਨੇ, ਇਸ ਤਰੀਕੇ ਦੀਆਂ ਸੁਵਿਧਾਵਾਂ ਇਸ ਇਲਾਕੇ 'ਚ ਵੀ ਕ੍ਰੀਏਟ ਕੀਤੀਆਂ ਜਾ ਸਕਦੀਆਂ ਨੇ। ਇਸ ਸਕੀਮ ਨੂੰ ਪੰਜਾਬ ਵਿੱਚ ਇੰਪਲੀਮੈਂਟ ਕਰਨ ਲਈ ਡਿਪਾਰਟਮੈਂਟ ਆਫ ਹਾਰਟੀਕਲਚਰ ਜਿਹੜਾ ਆ ਉਹ ਸਟੇਟ ਨੋਡਲ ਅਦਾਰਾ ਹੈ, ਅਤੇ ਡਾਇਰੈਕਟਰ ਹਾਰਟੀਕਲਚਰ ਜਿਹੜੇ ਨੇ ਉਹ ਇਹਨਾਂ ਦੇ ਇਸ ਸਕੀਮ ਦੇ ਸਟੇਟ ਨੋਡਲ ਆਫਿਸਰ ਨੇ। ਪਿਛਲੇ 8-9 ਮਹੀਨਿਆਂ ਦੇ ਵਿੱਚ ਕਾਫੀ ਅੱਛੀ ਪ੍ਰੋਗਰੈਸ ਹੋਈ ਹੈ। ਆਉਣ ਵਾਲੇ ਸਮੇਂ ਵਿੱਚ ਆਪਾਂ ਟੋਟਲ 4713 ਕਰੋੜ ਦਾ ਜਿਹੜਾ ਬੈਨੀਫਿਟ ਹੈ ਉਹ ਸਟੇਟ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਬੇਸਿਕਲੀ ਐਗਰੀਕਲਚਰ ਇੰਫਰਾਸਟ੍ਰਕਚਰ ਫੰਡ ਸਕੀਮ ਦੇ ਅੰਤਰਗਤ ਜੁਲਾਈ 2020 ਤੋਂ ਬਾਅਦ ਪੋਸਟ ਹਾਰਵੈਸਟ ਮੈਨੇਜਮੈਂਟ ਐਕਟੀਵਿਟੀਜ਼ ਦੇ ਵਿੱਚ ਜਿਹੜੀਆਂ ਐਲੀਜੀਬਲ ਐਕਟੀਵਿਟੀਜ਼ ਨੇ ਉਹਨਾਂ ਵਿੱਚ ਜਿਹੜੇ ਉਦਮੀਆਂ ਨੇ ਆਪਣੇ ਪ੍ਰੋਜੈਕਟ ਲਗਾਏ ਨੇ ਉਹ ਅੱਜ ਵੀ ਆਪਣੀ ਐਪਲੀਕੇਸ਼ਨ ਆਨਲਾਈਨ ਪੋਰਟਲ 'ਤੇ ਸਬਮਿਟ ਕਰਕੇ ਇਸ ਸਕੀਮ ਦਾ ਬੈਨੀਫਿਟ ਲੈ ਸਕਦੇ ਨੇ।
ਦੂਸਰੀ ਗੱਲ ਇਹ ਹੈ ਕਿ ਕਈ ਵਾਰ ਇਹ ਹੁੰਦਾ ਹੈ ਕਿ ਇੱਕ ਸਕੀਮ ਦਾ ਬੈਨੀਫਿਟ ਦੂਸਰੀ ਸਕੀਮ 'ਚ ਆਪਾਂ ਨਹੀਂ ਲੈ ਸਕਦੇ, ਲੇਕਿਨ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਸਕੀਮ ਦੇ ਵਿੱਚ ਆਪਾਂ ਦੂਸਰੀਆਂ ਸਕੀਮਾਂ ਦਾ ਨੂੰ ਕਨਵਰਜ ਕਰ ਸਕਦੇ ਹਾਂ। ਮਤਲਬ ਇਹ ਹੈ ਕਿ ਜੇ ਤੁਸੀਂ ਆਪਣੇ ਪ੍ਰੋਜੈਕਟ ਵਿੱਚ ਮਿਨਿਸਟਰੀ ਆਫ ਫੂਡ ਪ੍ਰੋਸੈਸਿੰਗ ਜਾਂ ਡਿਪਾਰਟਮੈਂਟ ਆਫ ਹਾਰਟੀਕਲਚਰ ਤੋਂ ਪਹਿਲਾਂ ਕੋਈ ਲਾਭ ਲਿਆ ਹੈ ਤਾਂ ਉਹ ਸਕੀਮ ਉਹ ਪ੍ਰੋਜੈਕਟ ਵੀ ਇਸ ਸਕੀਮ ਦੇ ਅੰਤਰਗਤ ਜੁਲਾਈ 2020 ਤੋਂ ਬਾਅਦ ਜੇ ਤੁਸੀਂ ਸ਼ੁਰੂ ਕੀਤਾ ਆ ਤਾਂ ਉਹ ਐਲੀਜੀਬਲ ਹੋਏਗਾ। ਸੋ ਸਾਡਾ ਸਾਰੇ ਕਿਸਾਨ ਭਰਾਵਾਂ ਨੂੰ, ਭੈਣਾਂ ਨੂੰ, ਉਦਮੀਆਂ ਨੂੰ, ਹੋਰ ਪ੍ਰਾਈਵੇਟ ਅਦਾਰਿਆਂ ਨੂੰ ਇਹੀ ਅਪੀਲ ਹੈ ਕਿ ਇਸ ਸਕੀਮ ਦੇ ਅੰਤਰਗਤ ਵੱਧ ਤੋਂ ਵੱਧ ਫਾਇਦਾ ਲਿਆ ਜਾਏ ਅਤੇ ਆਪਣਾ ਐਗਰੀਕਲਚਰ ਅਤੇ ਹਾਰਟੀਕਲਚਰ ਵੈਲਿਊ ਚੇਨ ਜਿਹੜਾ ਪੰਜਾਬ ਦਾ ਉਸ ਨੂੰ ਅੱਗੇ ਲੈ ਕੇ ਜਾਇਆ ਜਾਏ। ਮੈਂ ਜਤਿੰਦਰ ਕੁਮਾਰ, ਬਾਗਬਾਨੀ ਵਿਕਾਸ ਅਫਸਰ ਪਠਾਨਕੋਟ ਇੱਥੇ ਤੈਨਾਤ ਹਾਂ। ਅੱਜ ਅਸੀਂ ਪਠਾਨਕੋਟ ਜ਼ਿਲ੍ਹੇ ਵਿੱਚ ਲੀਚੀ ਸਟੇਟ ਜੋ ਇੱਥੇ ਐਸਟੈਬਲਿਸ਼ ਹੋਈ ਆ ਉਸ ਦੇ ਵਿੱਚ ਰਾਜ ਪੱਧਰੀ ਲੀਚੀ ਸ਼ੋਅ ਕਰਾ ਰਹੇ ਹਾਂ, ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਜ਼ਿਮੀਂਦਾਰ ਅਤੇ ਜੋ ਸਾਡਾ ਸਮੂਹ ਪੰਜਾਬ ਦਾ ਬਾਗਬਾਨੀ ਸਟਾਫ ਆ ਉਹ ਹਿੱਸਾ ਲੈ ਰਿਹਾ ਆ। ਇਸ ਵਿੱਚ ਅਸੀਂ ਜਿਹੜੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਜਿੱਥੇ ਲੀਚੀ ਪੈਦਾ ਹੁੰਦੀ ਆ ਉੱਥੋਂ ਐਂਟਰੀਆਂ ਲਿਆ ਕੇ ਇੱਥੇ ਇੱਕ ਕੰਪੀਟੀਸ਼ਨ ਕਰਾ ਰਹੇ ਹਾਂ, ਜਿਹਦੇ ਵਿੱਚ ਅਲੱਗ-ਅਲੱਗ ਕਿਸਮਾਂ ਦੇ ਉੱਪਰ ਪ੍ਰਾਈਜ਼ ਕੱਢਿਆ ਜਾਏਗਾ ਤਾਂ ਜੋ ਜਿਹੜਾ ਜ਼ਿਮੀਂਦਾਰਾਂ ਦਾ ਮੋਰਾਲ ਜਿਹੜਾ ਹੋਰ ਉੱਚਾ ਹੋ ਸਕੇ। ਇਸ ਤੋਂ ਇਲਾਵਾ ਜਿਹੜਾ ਇੱਥੇ ਇੱਕ ਟੈਕਨੀਕਲ ਸੈਸ਼ਨ ਵੀ ਹੈ, ਜਿਹਦੇ ਵਿੱਚ ਆਪਾਂ ਜ਼ਿਮੀਂਦਾਰਾਂ ਨੂੰ ਲੀਚੀ ਬਾਰੇ ਜਾਣਕਾਰੀ ਦਿੱਤੀ ਜਾਏਗੀ, ਜਿਹਦੇ ਵਿੱਚ PAU ਤੋਂ ਮਾਹਰ ਆਏ ਹੋਏ ਨੇ। ਇਸ ਤੋਂ ਇਲਾਵਾ ਡਾਇਰੈਕਟਰ ਮੁਜ਼ੱਫਰਪੁਰ ਜੋ ਨੈਸ਼ਨਲ ਰਿਸਰਚ ਸੈਂਟਰ ਮੁਜ਼ੱਫਰਪੁਰ ਹੈ ਲੀਚੀ ਦਾ, ਉੱਤੋਂ ਡਾਕਟਰ ਵਿਸ਼ਾਲ ਨਾਥ ਵੀ ਉਚੇਚੇ ਤੌਰ ਤੇ ਪਹੁੰਚੇ ਹੋਏ ਨੇ, ਜੋ ਜ਼ਿਮੀਂਦਾਰਾਂ ਨਾਲ ਬਾਗ ਦੇ ਵਿੱਚ ਜਾ ਕੇ ਵੀ ਅਤੇ ਇੱਥੇ ਵੀ ਟੈਕਨੀਕਲ ਸੈਸ਼ਨ ਵਿੱਚ ਵੀ ਉਹਨਾਂ ਨੂੰ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਪਠਾਨਕੋਟ ਜ਼ਿਲ੍ਹਾ ਜਿਹੜਾ ਇੱਕ ਨੀਮ ਪਹਾੜੀ ਜ਼ਿਲ੍ਹਾ ਆ, ਉਹਦੇ ਵਿੱਚ ਲੀਚੀ ਦੀ ਕਾਸ਼ਤ ਜਿਹੜੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਆ, ਜਿਹਦੇ ਵਿੱਚ ਜਿਹੜਾ ਟੋਟਲ ਜੋ ਸਾਡਾ 3000 ਹੈਕਟਰ ਏਰੀਆ ਪੰਜਾਬ ਦਾ ਵਿੱਚ ਲੀਚੀ ਦੀ ਕਾਸ਼ਤ ਹੁੰਦੀ ਆ, ਉਸ ਵਿੱਚੋਂ 1800 ਹੈਕਟਰ ਰਕਬੇ ਵਿੱਚ ਇਕੱਲੀ ਜਿਹੜੀ ਲੀਚੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੈ। ਅਤੇ ਕਾਫੀ ਜ਼ਿਮੀਂਦਾਰ ਜਿਹੜੇ ਇੱਥੇ ਵੱਡੇ ਪੱਧਰ 'ਤੇ ਲੀਚੀ ਦੀ ਕਾਸ਼ਤ ਕਰ ਰਹੇ ਨੇ, ਹੁਣ ਇਹ ਖੁਦ ਮੰਡੀਕਰਨ ਕਰ ਰਹੇ ਨੇ, ਜਿਵੇਂ ਦਿੱਲੀ, ਮੁੰਬਈ, ਬੈਂਗਲੌਰ, ਹੈਦਰਾਬਾਦ, ਇਹੋ ਜਿਹੇ ਜਿਹੜੇ ਬਾਹਰਲੀਆਂ ਸਟੇਟਾਂ ਵਿੱਚ ਲੀਚੀ ਆਪ ਮੰਡੀਕਰਨ ਕਰ ਰਹੇ ਨੇ ਅਤੇ ਵਧੀਆ ਜਿਹੜਾ ਰੇਟ ਕਮਾ ਰਹੇ ਨੇ। ਅਤੇ ਅੱਜ ਦੇ ਡੇਟ ਵਿੱਚ ਵੀ ਜਿਹੜਾ ਲੀਚੀ ਦਾ ਰੇਟ ਹੈ ਸਾਡਾ ਜਿਹੜਾ 130 ਤੋਂ 150 ਰੁਪਏ ਜਿਹੜੇ ਪਰ ਕਿਲੋ ਦੇ ਹਿਸਾਬ ਨਾਲ ਜ਼ਿਮੀਂਦਾਰ ਵੇਚ ਰਹੇ ਨੇ। ਇਸ ਵਾਰ ਮੌਸਮ ਥੋੜ੍ਹਾ ਪ੍ਰਤੀ ਅਨੁਕੂਲ ਆ, ਪਰ ਫਿਰ ਵੀ ਚਲੋ ਜ਼ਿਮੀਂਦਾਰਾਂ ਨੂੰ ਅੱਛਾ ਰੇਟ ਜਿਹੜਾ ਮਿਲ ਰਿਹਾ ਆ। ਮੈਂ ਡਾਕਟਰ ਭੁਪਿੰਦਰ ਸਿੰਘ ਢਿੱਲੋਂ, ਨਿਰਦੇਸ਼ਕ ਖੇਤਰੀ ਖੋਜ ਕੇਂਦਰ ਗੁਰਦਾਸਪੁਰ, ਜਿਹੜਾ ਅੱਜ ਡਿਪਾਰਟਮੈਂਟ ਹਾਰਟੀਕਲਚਰ ਵੱਲੋਂ ਲੀਚੀ ਸਟੇਟ ਜਿਹੜੀ ਸੁਜਾਨਪੁਰ ਹੈ ਉੱਥੇ ਅੱਜ 17 ਜੂਨ ਨੂੰ ਜਿਹੜਾ ਲੀਚੀ ਸ਼ੋਅ ਜਿਹੜਾ ਕੀਤਾ ਜਾ ਰਿਹਾ ਵਾ, ਕਿਉਂਕਿ ਕੋਵਿਡ ਦੇ ਕਾਰਨ ਇਹ ਕਾਫੀ ਚਿਰ ਬਾਅਦ ਹੋ ਰਿਹਾ। ਸਾਡੇ ਕੋਲ ਇਸ ਵੇਲੇ 250 ਜਿਹੜੀ ਵੱਖ-ਵੱਖ ਲੀਚੀ ਦੀਆਂ ਜਿਹੜੀਆਂ ਵੈਰਾਈਟੀਆਂ ਉਹਦੀਆਂ ਐਂਟਰੀਆਂ ਆ ਚੁੱਕੀਆਂ ਨੇ, ਔਰ ਉਹਨਾਂ ਦੀ ਜੱਜਿੰਗ ਕਰਕੇ ਉਹ ਸਾਰਾ ਜਿਹੜਾ ਰਿਜ਼ਲਟ ਆ, ਕਿਉਂਕਿ ਇਹ ਫਾਰਮਰ ਨੂੰ ਜਾਂ ਬਾਗਬਾਨਾਂ ਨੂੰ ਉਤਸ਼ਾਹ ਕਰਨ ਲਈ ਬਹੁਤ ਹੀ ਵੱਡਾ ਜਿਹੜਾ ਡਿਪਾਰਟਮੈਂਟ ਹਾਰਟੀਕਲਚਰ ਨੇ ਉਪਰਾਲਾ ਕੀਤਾ। ਇਹਦੇ ਵਿੱਚ 4-5 ਤਰ੍ਹਾਂ ਦੀਆਂ ਸ਼੍ਰੇਣੀ ਦੀ ਅਸਾਂ ਜਿਹੜੀ ਸਿਲੈਕਸ਼ਨ ਕਰਨੀ, ਉਹਦੇ ਵਿੱਚ ਕਿਉਂਕਿ ਅੱਜ ਕੱਲ੍ਹ ਜਿਹੜਾ ਜ਼ਮਾਨਾ ਵਾ ਪ੍ਰੋਸੈਸਿੰਗ ਦਾ ਵੀ ਆ, ਉਸ ਕਰਕੇ ਪ੍ਰੋਸੈਸਿੰਗ ਦੇ ਪ੍ਰੋਡਕਟ ਨੂੰ ਵੀ ਅਸੀਂ ਬੜਾਵਾ ਦੇਣਾ, ਉਹਦੇ ਵੀ ਆਏ ਆ, ਉਹਨਾਂ ਦੀ ਜੱਜਿੰਗ ਕਰਕੇ, ਕਿਉਂਕਿ ਇਹ ਜਿਹੜਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ, ਚੰਡੀਗੜ੍ਹ ਤੱਕ ਜਿਹੜਾ ਇਹ ਲੀਚੀ ਦਾ ਸਾਡਾ ਇਲਾਕਾ ਵਾ, ਇੱਥੇ ਘੱਟੋ ਘੱਟ 3000 ਹੈਕਟਰ ਏਰੀਆ ਵਿੱਚ ਲੀਚੀ ਜਿਹੜੀ ਹੋ ਰਹੀ ਆ। ਇਸ ਵਾਰ ਮੌਸਮ ਦੀ ਥੋੜ੍ਹੀ ਜਿਹੀ ਖਰਾਬੀ ਕਰਕੇ, ਤਾਪਮਾਨ ਵਧਣ ਕਰਕੇ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ, ਕਿਉਂਕਿ ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲਾਂ ਵਿੱਚ ਇਹ ਜਿਹੜੀ ਸਾਨੂੰ ਮਾਰ ਪਈ ਉਹ ਨਾ ਪਵੇ, ਔਰ ਸਾਡੇ ਫਾਰਮਰ ਵੱਧ ਤੋਂ ਵੱਧ, ਕਿਉਂਕਿ ਹੁਣ ਜੁਲਾਈ ਦਾ ਮੌਸਮ ਵੀ ਸ਼ੁਰੂ ਹੋ ਜਾਣਾ ਵਾ, ਔਰ ਸਾਡੇ ਬਾਗਬਾਨੀ
ਵਿਭਾਗ ਕੋਲ ਸਬਸਿਡੀਆਂ ਲੈ ਕੇ ਤੇ ਆਪਾਂ ਵੱਧ ਤੋਂ ਵੱਧ ਲੀਚੀ ਥੱਲੇ ਔਰ ਅੰਬ ਥੱਲੇ ਏਰੀਆ ਲੈ ਕੇ ਆਈਏ। ਔਰ ਇਸ ਦੇ ਨਾਲ ਜਿਹੜਾ ਨੀਮ ਪਹਾੜੀ ਸਾਡਾ ਏਰੀਆ ਵਾ ਇਹਦੇ ਵਿੱਚ ਬਹੁਤ ਹੀ ਅੱਛੀ ਤਰ੍ਹਾਂ ਜਿਹੜੀ ਲੀਚੀ ਆਪਾਂ ਉਗਾ ਸਕਦੇ ਹਾਂ। ਉਹਦੇ ਵਿੱਚ ਸਾਡੇ ਕੋਲ ਦੇਹਰਾਦੂਨ ਆ, ਕਲਕੱਤੀਆ ਸੀਡਲੈਸ ਵੈਰਾਈਟੀਆਂ। ਔਰ ਮੈਂ ਆਸ ਕਰਦਾ ਵਾਂ ਕਿ ਇਸ ਲੀਚੀ ਸ਼ੋਅ ਦੇ ਵਿੱਚ ਸਾਡੇ ਜਿਹੜੇ ਕਿਸਾਨ ਵੀਰ ਆਪਣੀਆਂ ਐਂਟਰੀਆਂ ਲੈ ਕੇ ਆਏ ਔਰ ਸਭ ਤੋਂ ਵੱਧ ਉਤਸ਼ਾਹ ਵੇਖ ਕੇ ਇਹਦੇ ਥੱਲੇ ਆਪਣਾ ਏਰੀਆ ਵਧਾਉਣਗੇ ਔਰ ਇਹਨੂੰ ਪ੍ਰੋਸੈਸਿੰਗ ਕਰਨਗੇ। ਮੈਂ ਡਾਕਟਰ ਸੁਖਦੀਪ ਸਿੰਘ ਹੁੰਦਲ, ਡਿਪਟੀ ਡਾਇਰੈਕਟਰ ਬਾਗਬਾਨੀ ਜਲੰਧਰ। ਅੱਜ ਜੋ ਇਸ ਲੀਚੀ ਸਟੇਟ ਸੁਜਾਨਪੁਰ ਵਿਖੇ ਰਾਜ ਪੱਧਰੀ ਲੀਚੀ ਫਲ ਤੇ ਪ੍ਰਦਰਸ਼ਨੀ ਲਗਾਈ ਗਈ ਹੈ, ਗੋਸ਼ਟੀ ਕੀਤੀ ਜਾ ਰਹੀ ਹੈ। ਇਹਦਾ ਮੁੱਖ ਮੰਤਵ ਲੀਚੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨਾ ਹੈ। ਇਹ ਕਿਉਂਕਿ ਜਿਹੜਾ ਇਲਾਕਾ ਹੈ ਪਠਾਨਕੋਟ ਦਾ ਇਲਾਕਾ ਹੈ, ਇਹ ਕੁਦਰਤੀ ਲੀਚੀ ਵਾਸਤੇ ਬੜਾ ਸਹਾਈ ਹੈ। ਸੋ ਅੱਜ ਤੋਂ 102 ਸਾਲ ਪਹਿਲਾਂ ਇੱਥੇ ਲੀਚੀ ਦੀ ਸ਼ੁਰੂਆਤ ਹੋਈ। ਇੱਥੇ ਮਹਾਜਨ ਪਰਿਵਾਰ ਨੇ ਇੱਥੇ ਲੀਚੀ ਦਾ ਪੌਦਾ ਬਿਹਾਰ ਤੋਂ ਲਿਆ ਕੇ ਲਾਇਆ ਤੇ ਬਾਅਦ ਦੇ ਵਿੱਚ 1934 ਦੇ ਵਿੱਚ ਵਪਾਰਕ ਪੱਧਰ ਤੇ ਦੀ ਕਾਸ਼ਤ ਸ਼ੁਰੂ ਹੋਈ ਤੇ ਕਿਸਾਨਾਂ ਨੇ ਇਸ ਨੂੰ ਅਪਣਾਇਆ ਤੇ ਇਹ ਜਿਹੜਾ ਇਲਾਕਾ ਵਾ ਇਹ ਲੀਚੀ ਦੀ ਕਾਸ਼ਤ ਵਾਸਤੇ ਬੜਾ ਢੁਕਵਾਂ ਵਾ। ਅੱਜ ਦਾ ਜਿਹੜਾ ਇੱਥੇ ਸੈਮੀਨਾਰ ਹੋਇਆ ਇਹਦੇ ਵਿੱਚ ਵੱਖ-ਵੱਖ ਬੁਲਾਰਿਆਂ ਨੇ ਲੀਚੀ ਦੀ ਕਾਸ਼ਤ ਤੋਂ ਲੈ ਕੇ ਲੀਚੀ ਦੀ ਕਿਸ ਤਰ੍ਹਾਂ ਸਾਂਭ ਸੰਭਾਲ ਕਰਨੀ ਹੈ, ਕੀ ਕੀੜੇ ਮਕੌੜੇ ਆਉਂਦੇ ਨੇ, ਸਾਰਾ ਉਹਦੇ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਹੈ। ਤੇ ਇੱਥੇ ਨਾਲ ਦੀ ਨਾਲ ਇੱਥੇ ਅੱਜ ਫਲ ਤੇ ਫਲ ਪਦਾਰਥ ਜਿਹੜੇ ਲੀਚੀ ਤੋਂ ਨੇ, ਫਲਾਂ ਦੇ ਮੁਕਾਬਲੇ ਵੀ ਕਰਵਾਏ ਗਏ ਤੇ ਫਲ ਪਦਾਰਥ ਜਿਹੜੇ ਬਣਦੇ ਨੇ ਉਹਨਾਂ ਦੇ ਮੁਕਾਬਲੇ ਕਰਵਾਏ ਗਏ, ਜਿਹਦੇ ਵਿੱਚ ਸਰਕਾਰੀ, ਅਰਧ ਸਰਕਾਰੀ ਤੇ ਕਿਸਾਨਾਂ ਨੇ ਭਾਗ ਲਿਆ ਤੇ ਜਿਸ 'ਚ ਤਕਰੀਬਨ 510 ਐਂਟਰੀਆਂ ਆਈਆਂ ਤੇ 44 ਇਨਾਮ ਜਿਹੜੇ ਇਹਦੇ ਵਿੱਚ ਦਿੱਤੇ ਗਏ ਆ। ਸੋ ਇਹ ਜਿਹੜੇ ਇਨਾਮ ਦਿੱਤੇ ਗਏ ਨੇ ਇਹ ਕਿਸਾਨਾਂ ਨੂੰ ਅੱਗੇ ਪ੍ਰੇਰਨਾਦਾਇਕ ਹੋਣਗੇ। ਜਿਨ੍ਹਾਂ ਦੇ ਆਏ ਨੇ ਉਹਨਾਂ ਦੇ ਉਹ ਹੋਰਨਾਂ ਨੂੰ ਵੀ ਉਤਸ਼ਾਹਿਤ ਕਰਨਗੇ ਤੇ ਜਿਨ੍ਹਾਂ ਨੇ ਅੱਜ ਵੇਖਿਆ ਕਿ ਸਾਡੇ ਇਨਾਮ ਨਹੀਂ ਆਏ, ਕੀ ਕਮੀ ਰਹਿ ਗਈ ਆ, ਉਹ ਅੱਗੇ ਇਹ 'ਚ ਭਾਗ ਲੈ ਕੇ ਹੋਰ ਵਧੇਰੇ ਵਧੀਆ ਢੰਗ ਦੇ ਨਾਲ ਇਹਦੀ ਜਿਹੜੀ ਆਪਣੀ ਕਾਸ਼ਤ ਨੂੰ बढ़ावा देंगे। मैं डॉक्टर विशाल नाथ हूँ, पूर्व निदेशक राष्ट्रीय लीची अनुसंधान केंद्र मुजफ्फरपुर और वर्तमान में अभी भारतीय कृषि अनुसंधान संस्थान झारखंड का प्रभारी हूँ। आज बड़ा सुखद संयोग है जो कि पंजाब गवर्नमेंट ने यहाँ पर लीची के बढ़ोतरी के लिए लीची के किसानों और उसके जो जुड़े हुए तमाम स्टेक होल्डर्स हैं उनका यहाँ पर एक कार्यक्रम रखा है, जिसमें अभी मैं देख रहा था 200 से ज़्यादा किसानों ने अपने प्रोड्यूस को यहाँ पर प्रदर्शित किया है और बड़ा सुंदर प्रयोग है इनका और ये फल की गुणवत्ता भी बहुत अच्छी है। मैं शुरू से ये जानता रहा हूँ कि पंजाब लीची के लिए एक अच्छा स्थान है, एक अच्छी डेस्टिनेशन है और यहाँ पर लीची एक्सपोर्ट जोन स्थापित होने के बाद में इसके कल्टीवेशन और इसके पोस्ट हार्वेस्ट मैनेजमेंट को दिन प्रतिदिन बढ़ोतरी मिल रही है और हमें उम्मीद है कि आने वाले समय में ये एक प्रमुख फसल इस राज्य की होगी और यहाँ के किसान काफ़ी मेहनती हैं और लोग यहाँ पर जो भी टेक्नोलॉजीज़ हम लोग डेवलप करते हैं, चाहे राष्ट्रीय स्तर पर ICAR डेवलप करता है या राज्य के स्तर पर पंजाब कृषि विश्वविद्यालय डेवलप करता है, उसको यहाँ के किसान अक्षरशः उसका अनुपालन करते हैं और यही नतीजा है कि वो बेहतर गुणवत्ता के फल का उत्पादन कर पाते हैं। और इसमें हम सब लोग लगे हुए हैं और हमारा ये प्रयास है, मैं इतनी दूर से इसीलिए आया हूँ कि यहाँ के किसानों का मनोबल बढ़ाया जाए और इस फसल को यहाँ की एक प्रमुख फसल के रूप में, एक प्रमुख आमदनी देने वाली फसल के रूप में आगे बढ़ाया जाए। यहाँ पर जितने भी किसान आए हैं उनका प्रशिक्षण हो रहा है, उनको तकनीकी जानकारी दी जा रही है, उनके जो उत्पाद है उसमें कहाँ कमी बेसी रहा है उसको बताया जा रहा है। ये बड़ा एक दिन का कार्यक्रम है और इसमें बड़े आला अधिकारी भी आए हुए हैं और मुझे ऐसा लगता है कि इससे ये फसल और पंजाब की लीची पूरे देश में अपना स्थान बना पाएगी। ਅੱਜ ਅਸੀਂ ਪਠਾਨਕੋਟ ਦੇ ਵਿੱਚ ਸੁਜਾਨਪੁਰ 'ਚ ਸਾਡੀ ਲੀਚੀ estate ਹੈ ਔਰ ਲੀਚੀ ਦਾ ਇਹ ਜਿਹੜਾ ਉਪਰਾਲਾ ਹੈਗਾ, ਕਾਫੀ ਫਾਰਮਰਸ ਇੱਥੇ ਤਕਰੀਬਨ 3300 ਹੈਕਟੇਅਰ ਦੇ ਵਿੱਚ ਲੀਚੀ ਇੱਥੇ ਉਗਾਈ ਜਾਂਦੀ ਹੈ ਔਰ 51 ਲੱਖ ਦੇ ਕਰੀਬ ਸਾਡੀ ਜਿਹੜੀ ਹੈਗੀ ਮੈਟ੍ਰਿਕ ਟਨ ਸਾਡੀ ਜਿਹੜੀ ਹੈ ਪੈਦਾਇਸ਼ ਹੈ। ਔਰ ਇਹ ਜਿਹੜੀ ਲੀਚੀ ਹੈ ਅਸੀਂ ਇੱਥੇ ਇੱਕ ਵਿਚਾਰ ਵਟਾਂਦਰਾ ਕਰਨ ਆਏ ਹਾਂ, ਨਾਲ ਕਿਸਾਨਾਂ ਦੇ ਨਾਲ ਗੱਲ ਕਰਨ ਆਏ ਹਾਂ। ਪੰਜਾਬ ਇੱਕ ਐਸੀ ਸਟੇਟ ਹੈ ਜਿਹਨੇ ਲੀਚੀ ਵਾਸਤੇ ਐਕਸਪੋਰਟ ਜ਼ੋਨ ਵੀ ਬਣਾਇਆ ਹੈ ਔਰ ਅਸੀਂ ਚਾਹੁੰਦੇ ਹਾਂ ਵੀ ਇਸ ਪ੍ਰੋਡਿਊਸ ਨੂੰ ਅਸੀਂ ਬਾਹਰ ਦੀ ਕੰਟਰੀਜ਼ ਵਿੱਚ ਲੈ ਕੇ ਜਾਈਏ, ਇੱਥੇ ਕਿਤੇ ਨਾ ਕਿਤੇ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕੀਤਾ ਜਾਵੇ ਔਰ ਇਹਦੀ ਇੰਟੀਗ੍ਰੇਟਿਡ ਚੇਨ ਜਿਹੜੀ ਹੈਗੀ ਹੈ ਨਾ, ਫਰਮ ਦੀ ਫਾਰਮ ਟੂ ਦੀ ਫੋਕ ਜਿਹਨੂੰ ਕਹਿੰਦੇ ਆ,
ਉਹ ਇੱਕ ਡਿਵੈਲਪ ਆਲਰੇਡੀ ਫਾਰਮਰਸ ਨੇ ਕੀਤੀ ਵੀ ਹੋਈ ਹੈ, ਪਰ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਵੱਲੋਂ ਫਾਰਮਰਸ ਨੂੰ ਜੋ ਵੀ ਸਹੂਲੀਅਤ ਇਹਨਾਂ ਨੂੰ ਚਾਹੀਦੀ ਹੈ ਉਹ ਅਸੀਂ ਇਹਨਾਂ ਦੇ ਨਾਲ ਬੈਠ ਕੇ ਕਰਕੇ ਸਕੀਮ ਬਣਾ ਕੇ ਇਹਨਾਂ ਫਾਰਮਰਸ ਨੂੰ ਇਹਨਾਂ ਦੇ ਡੋਰ ਸਟੈਪ ਤੇ ਲਿਆ ਕੇ ਦਈਏ, ਕਿਉਂਕਿ ਲੀਚੀ ਬਹੁਤ ਹੀ ਸ਼ਾਰਟ ਪੀਰੀਅਡ ਵਾਸਤੇ ਆਂਦੀ ਹੈ, ਪਰ ਇਹ ਫਾਰਮਰ ਨੂੰ ਪ੍ਰੋਫਿਟ ਬਹੁਤ ਜ਼ਿਆਦਾ ਦਿੰਦੀ ਹੈ ਔਰ ਇਹ ਕਲਾਈਮੈਟਿਕ ਕ੍ਰੌਪ ਹੈ ਔਰ ਇਸ ਕਰਕੇ ਇਹਨੂੰ ਜਿਹੜਾ ਹੈਗਾ ਇਸ ਜ਼ੋਨ ਬਹੁਤ ਹੀ ਸਿਲੈਕਟਡ ਜ਼ੋਨਸ ਦੇ ਵਿੱਚ ਹੁੰਦੀ ਹੈ, ਸਪੈਸ਼ਲੀ ਜਿੱਥੇ ਕਲਾਈਮੇਟ ਥੋੜਾ ਕੂਲਰ ਹੋਵੇ। ਔਰ ਆਉਣ ਵਾਲੇ ਸਮੇਂ ਵਿੱਚ ਇਹ ਵੀ ਦੇਖਣ 'ਚ ਆਏਗਾ ਕਿ ਸਮਰਸ ਜਿਹੜੀਆਂ ਹੈਗੀਆਂ ਟੈਂਪਰੇਚਰ ਡਿਫਰੈਂਸ ਡੇ ਔਰ ਨਾਈਟ ਦਾ ਜਿਹੜਾ ਵੱਧਦਾ ਜਾ ਰਿਹਾ ਔਰ ਇਹਨੂੰ ਕਿੱਦਾਂ ਕੰਟਰੋਲ ਕਰਨਾ ਔਰ ਇਸ ਕ੍ਰੌਪ ਨੂੰ ਅੱਗੇ ਕਿੱਦਾਂ ਉਹਦੀ ਪ੍ਰੋਡਕਸ਼ਨ ਔਰ ਪ੍ਰੋਡਕਟਿਵਿਟੀ ਮੇਨਟੇਨ ਕਰਕੇ ਰੱਖਣੀ ਹੈ, ਇਹਦੇ ਵਾਸਤੇ ਵੀ ਸਾਡੇ ਕੋਲ ਇੱਥੋਂ NRC ਦੇ ਡਾਕਟਰ ਵਿਸ਼ਾਲ ਨਾਥ ਵੀ ਆਏ ਹੋਏ ਨੇ। ਸੋ ਵੀ ਆਰ ਗੋਇੰਗ ਟੂ ਸਿਟ ਔਰ ਇਹ ਬੜੀ ਜ਼ਰੂਰੀ ਹੈ ਕਿ ਇਸ ਕ੍ਰੌਪ ਨੂੰ ਅੱਗੇ ਲੈ ਕੇ ਜਾਣ ਵਾਸਤੇ ਚਾਹੇ ਉਹ ਕਲਾਈਮੇਟ ਚੇਂਜ ਹੈ, ਮਾਰਕੀਟਿੰਗ ਹੈ, ਇੰਟੀਗ੍ਰੇਟਿਡ ਚੇਨ ਹੈ, ਐਕਸਪੋਰਟ ਹੈ, ਟਰਾਂਸਪੋਰਟੇਸ਼ਨ ਹੈ, ਪੋਸਟ ਹਾਰਵੈਸਟ ਮੈਨੇਜਮੈਂਟ ਵਾਸਤੇ ਇਹਨੂੰ ਕਿੱਦਾਂ ਸਟੋਰ ਕਰਨਾ ਹੈ, ਕਿੱਦਾਂ ਇਹਨੂੰ ਮੈਨੇਜ ਕਰਨਾ ਹੈ ਤਾਂ ਕਿ ਇਹ ਐਕਸਪੋਰਟ ਵੀ ਹੋ ਜਾਏ ਔਰ ਬਾਕੀ ਸਟੇਟਸ ਵਿੱਚ ਵੀ ਅਸੀਂ ਇਹਨੂੰ ਭੇਜ ਸਕੀਏ। ਸੋ ਬੇਸਿਕਲੀ ਅਸੀਂ ਅੱਜ ਸਾਰੇ ਜਿਹੜੇ ਕਿਸਾਨਾਂ ਦੇ ਨਾਲ ਇੱਥੇ ਵਿਚਾਰ ਵਟਾਂਦਰਾ ਕਰਨ ਵਾਸਤੇ ਆਏ ਆ। ਵੀ ਆਰ ਸੈਲੀਬ੍ਰੇਟਿੰਗ ਕਿ ਇਨ ਸਪਾਈਟ ਆਫ ਦੀ ਕਲਾਈਮੇਟ ਚੇਂਜ ਜਿਹੜਾ ਹੈਗਾ ਅਸੀਂ ਇੱਥੇ ਲੀਚੀ ਗਰੋਅਰਸ ਨੇ ਆਪਣੀ ਮਿਹਨਤ ਦੇ ਨਾਲ ਕਾਫੀ ਜ਼ਿਆਦਾ ਲੀਚੀ ਗਰੋ ਕੀਤੀ ਹੈ ਔਰ ਇਹਨਾਂ ਨੂੰ ਰੇਟ ਵੀ ਉਹਦੇ ਅੱਛੇ ਮਿਲੇ ਆ। ਸੋ ਅਸੀਂ ਇਹਨਾਂ ਨੂੰ ਇਨਕਰੇਜ ਕਰਨਾ ਹੈ ਔਰ ਇਹਨਾਂ ਨੂੰ ਹੈਲਪ ਕਰਨਾ ਹੈ। ਬਾਗਵਾਨ ਭਰਾਓ, ਲੀਚੀ ਐਸਟੇਟ ਸੁਜਾਨਪੁਰ ਜ਼ਿਲ੍ਹਾ ਪਠਾਨਕੋਟ ਵਿਖੇ ਜਿਹੜੀ ਲੀਚੀ ਨਾਲ ਸੰਬੰਧਿਤ ਗੋਸ਼ਟੀ ਅਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਤੁਸੀਂ ਇਹ ਦੇਖਿਆ ਕਿ ਵੱਖ-ਵੱਖ ਬਾਗਵਾਨਾਂ ਵੱਲੋਂ ਇੱਥੇ ਕੰਪੀਟੀਸ਼ਨ ਵਿੱਚ ਭਾਗ ਲਿਆ ਗਿਆ, ਆਪਣੇ ਫਲਾਂ ਲਿਆਂਦੇ ਗਏ, ਫਲ ਪਦਾਰਥ ਲਿਆਂਦੇ ਗਏ, ਵੱਖ-ਵੱਖ ਸਾਇੰਸਦਾਨ ਵੱਲੋਂ ਆਪਣੇ ਜਿਹੜੇ ਸੁਝਾਅ ਜਿਹੜੇ ਲੀਚੀ ਨਾਲ ਸੰਬੰਧਿਤ ਉਹ ਜ਼ਿਮੀਂਦਾਰਾਂ ਨੂੰ ਦਿੱਤੇ ਗਏ, ਤੁਸੀਂ ਉਹ ਦੇਖੇ। ਇਸ ਤਰ੍ਹਾਂ ਹੀ ਵੱਖ-ਵੱਖ ਜਿਹੜੇ ਵਿਭਾਗ ਹੈ ਜਿਨ੍ਹਾਂ ਵਿੱਚ ਬਾਗਵਾਨੀ ਵਿਭਾਗ ਮੁੱਖ ਤੌਰ ਤੇ ਜਾਂ ਐਗਰੀਕਲਚਰ ਨਾਲ ਜਾਂ KVK ਨਾਲ ਸੰਬੰਧਿਤ ਉਹਨਾਂ ਨੇ ਆਪਣਾ ਸਟਾਲ ਵੀ ਲਗਾਇਆ ਹੋਇਆ, ਜਿਸ ਤਰ੍ਹਾਂ ਜਿਹਨਾਂ ਵਿੱਚ ਉਹਨਾਂ ਨੇ ਆਪਣੇ ਵਿਭਾਗ ਨਾਲ ਸੰਬੰਧਿਤ ਜਿਹੜੇ ਆ ਜਾਣਕਾਰੀ ਦੱਸੀ ਗਈ ਔਰ ਬਹੁਤ ਸਾਰੇ ਜ਼ਿਮੀਂਦਾਰ ਭਰਾਵਾਂ ਨੇ ਉਸ ਜਾਣਕਾਰੀ ਪ੍ਰਾਪਤ ਕੀਤੀ ਹੈ। ਤੇ ਮੈਂ ਉਮੀਦ ਕਰਦਾ ਹਾਂ ਕਿ ਜ਼ਿਮੀਂਦਾਰ ਭਰਾਵਾਂ ਬਾਗਵਾਨਾਂ ਨੇ ਇੱਥੋਂ ਬਹੁਤ ਕੁਝ ਸਿੱਖਿਆ ਹੋਵੇਗਾ। ਅਖੀਰ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।